मॉर्निंग स्टूडेंट्स। ਅੱਜ ਆਪਾਂ ਨਵਾਂ ਟੌਪਿਕ ਪੜਨ ਜਾ ਰਹੇ ਹਾਂ ਜਿਹੜਾ ਹੈਗਾ ਐਂਗੂਲਰ ਮੋਮੈਂਟਮ। ਆਪਾਂ ਲੀਨੀਅਰ ਮੋਸ਼ਨ ਦੇ ਵਿੱਚ ਪੜਿਆ ਸੀਗਾ ਲੀਨੀਅਰ ਮੋਮੈਂਟਮ ਦੇ ਬਾਰੇ ਚ। ਲੀਨੀਅਰ ਮੋਮੈਂਟਮ ਕੀ ਹੁੰਦਾ ਹੈ? ਕੁਆਂਟੀਟੀ ਆਫ ਮੋਸ਼ਨ ਪੋਜੈਸਡ ਬਾਈ ਅ ਬੋਡੀ। ਉਸ ਚੀਜ਼ ਨੂੰ ਆਪਾਂ ਰੋਟੇਟਰੀ ਮੋਸ਼ਨ ਦੇ ਵਿੱਚ ਚੇਂਜ ਕਰਾਂਗੇ। ਲੀਨੀਅਰ ਮੋਮੈਂਟਮ ਦਾ ਸਬਸਟੀਟਿਊਟ ਹੈ ਰੋਟੇਟਰੀ ਮੋਸ਼ਨ ਦੇ ਵਿੱਚ ਐਂਗੂਲਰ ਮੋਮੈਂਟਮ। ਹੁਣ ਐਂਗੂਲਰ ਮੋਮੈਂਟਮ ਕੀ ਹੁੰਦਾ ਹੈਗਾ ਉਹਨੂੰ ਆਪਾਂ ਡਿਫਾਈਨ ਕਰਦੇ ਹੈਗੇ ਆ ਐਜ਼ ਪਰ ਡੈਫੀਨੇਸ਼ਨ the movement of momentum is called angular momentum। ਜਿਵੇਂ ਆਪਾਂ ਪਿਛਲੇ ਲੈਕਚਰ 'ਚ ਪੜ੍ਹਿਆ ਸੀਗਾ ਟਾਰਕ ਕੀ ਹੁੰਦੀ ਹੈਗੀ ਹੈ? ਟਾਰਕ ਟੋ ਇਜ਼ ਇਕੁਅਲ ਟੂ ਮੂਵਮੈਂਟ ਆਫ ਫੋਰਸ। ਸਿਮਿਲਰਲੀ ਜਿਹੜੀ ਐਂਗੂਲਰ ਮੋਮੈਂਟਮ ਹੈਗਾ that is called movement of momentum or linear momentum। और ਇਹਦਾ ਫਾਰਮੂਲਾ ਕੀ ਹੋ ਜਾਂਦਾ ਹੈ? L is equal to R cross P। L ਇੱਕ ਵੈਕਟਰ ਕੁਆਂਟਿਟੀ ਹੈਗੀ ਹੈ ਤੇ ਇਸ ਕਰਕੇ ਤੁਹਾਡਾ ਐਂਗੂਲਰ ਮੋਮੈਂਟਮ ਜੋ ਹੈਗਾ ਉਹਦਾ ਮੈਗਨੀਟਿਊਡ ਵੀ ਹੋਏਗਾ ਤੇ ਉਹਦੀ ਡਾਇਰੈਕਸ਼ਨ ਵੀ ਹੋਏਗੀ। ਤਾਂ ਲੀਨੀਅਰ P ਲੀਨੀਅਰ ਮੋਮੈਂਟਮ ਹੈ ਔਰ ਲੀਨੀਅਰ ਮੋਮੈਂਟਮ ਸਾਨੂੰ ਪਤਾ ਹੈਗਾ M into V ਹੁੰਦਾ ਹੈਗਾ। ਤਾਂ ਯੂਨਿਟਸ ਆਫ ਐਂਗੂਲਰ ਮੋਮੈਂਟਮ ਕੀ ਹੋਣਗੇ? kg ਮੀਟਰ ਸਕੁਏਅਰ ਪਰ ਸੈਕਿੰਡ। ਤੇ ਆਪਾਂ ਜੇ ਹੁਣ ਗੱਲ ਕਰੀਏ ਉਹਦੇ ਮੈਗਨੀਟਿਊਡ ਦੀ ਤਾਂ L ਕੈਨ ਬੀ ਰਿਪਰੈਜ਼ੈਂਟਡ ਐਸ R cross M into V। M ਆਪਾਂ ਕੌਨਸਟੈਂਟ ਹੈ ਉਹਨੂੰ ਬਾਹਰ ਕੱਢ ਲੈਂਦੇ ਆ R cross V। ਤਾਂ ਦਿਸ R cross V ਇੱਕ ਵੈਕਟਰ ਪ੍ਰੋਡਕਟ ਹੈ। ਤਾਂ ਜਿਹੜਾ ਆਨਸਰ ਹੋਏਗਾ that is L is also a vector quantity। ਤਾਂ ਇਹਦਾ ਮੈਗਨੀਟਿਊਡ ਜਿਹੜਾ ਸਾਡਾ ਹੋਏਗਾ ਸਿੰਪਲੀ R ਰੇਡੀਅਸ ਤੇ ਵੈਲੋਸਿਟੀ ਦੇ ਮਲਟੀਪਲੀਕੇਸ਼ਨ ਹੋਏਗਾ ਪਰ ਉਹਦੀ ਕੋਈ ਪਾਰਟਿਕੂਲਰ ਡਾਇਰੈਕਸ਼ਨ ਹੋਏਗੀ। ਉਹ ਡਾਇਰੈਕਸ਼ਨ ਜਿਹੜੀ ਹੈਗੀ ਹੈ ਆਪਾਂ ਯੂਜ਼ਿੰਗ ਰਾਈਟ ਹੈਂਡ ਥੰਬ ਰੂਲ ਦੇ ਨਾਲ ਆਪਾਂ ਫਾਈਂਡ ਆਊਟ ਕਰਾਂਗੇ। ਤਾਂ ਲੈਟ ਅਸ ਸਪੋਜ਼ ਦੈਟ ਸਾਡੇ ਕੋਲ ਇਹ M ਪਾਰਟੀਕਲ ਹੈਗਾ ਜਿਹੜਾ V ਵੈਲੋਸਿਟੀ ਦੇ ਨਾਲ ਅੱਗੇ ਨੂੰ ਜਾ ਰਿਹਾ ਹੈਗਾ। ਠੀਕ ਹੈ, ਤੁਸੀਂ ਐਂਗੂਲਰ ਮੋਮੈਂਟਮ ਕੱਢਣਾ ਹੈ ਇਸ ਪਾਰਟੀਕਲ ਦਾ ਤੇ ਸਾਨੂੰ ਪੁਆਇੰਟ ਪਤਾ ਹੋਣਾ ਚਾਹੀਦਾ ਕਿਸ ਦੇ ਅਰਾਊਂਡ ਤੁਸੀਂ ਐਂਗੂਲਰ ਮੋਮੈਂਟਮ ਫਾਈਂਡ ਆਊਟ ਕਰਨਾ ਹੈਗਾ। ਤਾਂ ਮੰਨ ਲਓ ਇਹ ਪੁਆਇੰਟ ਹੈ ਜਿਹਦੇ ਅਰਾਊਂਡ ਤੁਸੀਂ ਐਂਗੂਲਰ ਮੋਮੈਂਟਮ ਫਾਈਂਡ ਆਊਟ ਕਰਨਾ ਹੈ ਆਫ ਦਿਸ ਪਾਰਟੀਕਲ M which is moving with velocity V। ਠੀਕ ਹੈ ਬੱਚੋ, ਤਾਂ distance of the particle P say from A is your radius vector R। ਤਾਂ ਇਹ V ਵੈਲੋਸਿਟੀ ਦੇ ਨਾਲ ਇੱਧਰ ਨੂੰ ਜਾ ਰਿਹਾ ਹੈਗਾ ਤੇ ਆਪਾਂ ਰੇਡੀਅਸ ਵੈਕਟਰ ਨੂੰ ਐਕਸਟੈਂਡ ਕਰਾਂਗੇ ਤੇ ਇਹ ਦੋਨਾਂ ਦੇ ਵਿੱਚ ਜਿਹੜਾ ਐਂਗਲ ਹੋਏਗਾ that is called the angle theta। ਠੀਕ ਹੈ ਬੱਚੋ, ਜਿਹੜਾ L is equal to ਕੀ ਹੋਏਗਾ? R cross P। R cross P, P ਕੀ ਚੀਜ਼ ਹੈ? ਮੋਮੈਂਟਮ ਮਾਸ ਇਨਟੂ ਵੈਲੋਸਿਟੀ। M ਬਾਹਰ ਆ ਜਾਏਗਾ ਤੇ ਵੈਕਟਰ ਪ੍ਰੋਡਕਟ ਕਿਸ ਚੀਜ਼ ਦਾ ਹੋ ਜਾਏਗਾ? R into V। ਤਾਂ ਜਦ ਤੁਸੀਂ ਵੈਕਟਰ ਪ੍ਰੋਡਕਟ ਨੂੰ ਖੋਲਦੇ ਹੈਗੇ ਹੋ ਵੈਕਟਰ ਪ੍ਰੋਡਕਟ ਤੁਹਾਨੂੰ ਪਤਾ ਹੈਗਾ A cross B is equal to AB sin theta into unit vector N। ਤੇ ਯੂਨਿਟ ਵੈਕਟਰ ਜਿਹੜਾ ਹੈਗਾ this will give the direction of the angular momentum। ਔਰ ਇਹਦੀ ਡਾਇਰੈਕਸ਼ਨ ਕੀ ਹੋਏਗੀ? It will be perpendicular to the plane containing A and B। ਮੀਨਸ ਦੋਨੋਂ A ਔਰ B ਦੇ ਪਰਪੈਂਡੀਕੂਲਰ ਉਹ ਹੋਏਗਾ। ਹੁਣ ਆਪਾਂ ਇਹਦਾ ਡਾਇਰੈਕਸ਼ਨ ਕਿਵੇਂ ਫਾਈਂਡ ਆਊਟ ਕਰਨੀ ਹੈ? ਇਟ ਵਿਲ ਬੀ ਵਿਦ ਦਾ ਹੈਲਪ ਆਫ ਰਾਈਟ ਹੈਂਡ ਥੰਬ ਰੂਲ। ਰਾਈਟ ਹੈਂਡ ਥੰਬ ਰੂਲ ਕੀ ਕਹਿੰਦਾ ਪਿਆ? ਤੁਸੀਂ ਆਪਣੇ ਹੱਥਾਂ ਦੀਆਂ ਉਂਗਲੀਆਂ ਰਾਈਟ ਹੈਂਡ ਦੇ ਹੱਥ ਦੀ ਉਂਗਲੀ ਨੂੰ ਤੁਸੀਂ R ਤੋਂ P ਦੀ ਡਾਇਰੈਕਸ਼ਨ ਦੇ ਵਿੱਚ ਮੂਵ ਕਰਨਾ ਹੈ। ਜਿਸ ਤਰ੍ਹਾਂ ਇਹ this is R vector and this is V vector। ਤੁਸੀਂ ਇਸ ਡਾਇਰੈਕਸ਼ਨ ਦੇ ਵਿੱਚ ਉਹਨੂੰ ਮੂਵ ਕਰਨਾ ਹੈਗਾ in the form in the direction of smallest angle। ਦੇਖੋ R ਤੇ V ਦੇ ਵਿੱਚ ਇੱਕ ਐਂਗਲ ਇਹ ਥੀਟਾ ਬਣਦਾ ਪਿਆ, ਦੂਜਾ ਐਂਗਲ ਇਹ ਬੜਾ ਐਂਗਲ ਬਣਦਾ ਪਿਆ ਹੈਗਾ। ਤੁਸੀਂ ਐਵੇਂ ਨਹੀਂ ਮੂਵ ਕਰਨਾ ਹੈਗਾ, ਇਸ ਡਾਇਰੈਕਸ਼ਨ 'ਚ ਤੁਸੀਂ ਨਹੀਂ ਮੂਵ ਕਰਨਾ, ਤੁਸੀਂ ਛੋਟੇ ਐਂਗਲ ਦੀ ਡਾਇਰੈਕਸ਼ਨ ਦੇ ਵਿੱਚ ਮੂਵ ਕਰਨਾ ਹੈਗਾ from R to V। ਤਾਂ ਜਿਸ ਡਾਇਰੈਕਸ਼ਨ ਦੇ ਵਿੱਚ ਤੁਹਾਡਾ ਥੰਬ ਪੁਆਇੰਟ ਆਊਟ ਕਰੂਗਾ that will give the direction of L। ਜਦ ਤੁਸੀਂ ਉਂਗਲਾਂ ਨੂੰ R ਤੋਂ P ਦੀ ਡਾਇਰੈਕਸ਼ਨ ਦੇ ਵਿੱਚ ਇਸ ਡਾਇਰੈਕਸ਼ਨ ਦੇ ਵਿੱਚ ਘੁਮਾਉਂਦੇ ਹੈਗੇ ਹੋ ਜਿਹੜਾ ਥੰਬ ਹੈ ਤੁਹਾਡਾ ਅੰਦਰ ਵਾਲੀ ਸਾਈਡ ਜਾਂਦਾ ਹੈਗਾ ਇਨਵਰਡ ਡਾਇਰੈਕਸ਼ਨ ਦੇ ਵਿੱਚ then the direction of angular momentum will be
ਇਨਵਰਡ। ਔਰ ਇਨਵਰਡ ਦਾ ਸਾਈਨ ਜਿਹੜਾ ਹੈਗਾ ਅਸੀਂ ਕ੍ਰੋਸ ਦੇ ਨਾਲ ਡਿਨੋਟ ਕਰਦੇ ਹੈਗੇ ਆ। ਤੇ ਜਿੱਥੇ ਵੀ ਤੁਹਾਨੂੰ ਕ੍ਰੋਸ ਦਾ ਨਿਸ਼ਾਨ ਮਿਲੇਗਾ ਇਟ ਮੀਨਸ ਉਹਦੀ ਡਾਇਰੈਕਸ਼ਨ ਕਿਆ ਹੈ, ਇਨਵਰਡ, ਅੰਦਰ ਦੀ ਤਰਫ ਹੈਗੀ ਹੈ। ਇਸ ਚੀਜ਼ ਨੂੰ ਆਪਾਂ ਸਕਰੂ ਰੂਲ ਦੇ ਨਾਲ ਵੀ ਕੱਢ ਸਕਦੇ ਹੈਗੇ ਆ। ਤੁਹਾਨੂੰ ਪਤਾ ਹੈਗਾ ਸਕਰੂ ਕਿਸ ਤਰ੍ਹਾਂ ਖੁੱਲਦਾ ਤੇ ਬੰਦ ਹੁੰਦਾ ਹੈਗਾ। ਜੇ ਤੁਸੀਂ ਸਕਰੂ ਨੂੰ ਆਰ ਤੋਂ ਪੀ ਦੀ ਡਾਇਰੈਕਸ਼ਨ ਦੇ ਵਿੱਚ ਮੂਵ ਕਰੋਗੇ ਇਟ ਮੀਨਸ ਇਟ ਇਜ਼ ਕਲੌਕਵਾਈਜ਼ ਡਾਇਰੈਕਸ਼ਨ। ਕਲੌਕਵਾਈਜ਼ ਡਾਇਰੈਕਸ਼ਨ ਮੀਨਸ ਜਿਹੜੀ ਐਲ ਹੈਗੀ ਹੈ ਉਹ ਅੰਦਰ ਦੀ ਤਰਫ ਹੈਗਾ। ਜਿਹੜਾ ਸਕਰੂ ਤੁਹਾਡਾ ਐਡਵਾਂਸ ਕਰ ਰਿਹਾ ਕਿੱਧਰ ਦੀ ਤਰਫ ਜਾ ਰਿਹਾ, ਅੰਦਰ ਦੀ ਤਰਫ ਜਾ ਰਿਹਾ ਹੈਗਾ, ਤਾਂ ਉਹਦੀ ਡਾਇਰੈਕਸ਼ਨ ਕੀ ਹੋਏਗੀ, ਇਨਵਰਡ। ਜੇ ਤੁਸੀਂ ਆਰ ਤੋਂ ਵੀ ਐਂਟੀ ਕਲੌਕਵਾਈਜ਼ ਮੂਵ ਕਰਦੇ ਹੋ ਤਾਂ ਤੁਹਾਡਾ ਕੀ ਹੈਗਾ, ਡਾਇਰੈਕਸ਼ਨ ਆਫ ਐਲ ਇਜ਼ ਆਊਟਵਰਡ, ਦੈਟ ਇਜ਼ ਜਿਹੜਾ ਸਕਰੂ ਹੈ ਤੁਹਾਡਾ ਬਾਹਰ ਦੀ ਤਰਫ ਨੂੰ ਆ ਰਿਹਾ ਹੈਗਾ। ਤੇ ਡਾਟ ਸਾਈਨ ਜਿਹੜਾ ਹੈਗਾ ਆਊਟਵਰਡ ਡਾਇਰੈਕਸ਼ਨ ਪੁਆਇੰਟ ਆਊਟ ਕਰੂਗਾ ਔਰ ਕ੍ਰਾਸ ਸਾਈਨ ਜਿਹੜਾ ਹੈਗਾ ਤੁਹਾਡਾ ਇਨਵਰਡ ਡਾਇਰੈਕਸ਼ਨ ਪੁਆਇੰਟ ਆਊਟ ਕਰੂਗਾ। ਤਾਂ ਦਿਸ ਇਜ਼ ਦ ਐਂਗੂਲਰ ਮੋਮੈਂਟਮ ਆਫ ਦਾ ਸਿੰਗਲ ਪਾਰਟੀਕਲ। ਹੁਣ ਆਪਾਂ ਗੱਲ ਕਰਦੇ ਹੈਗੇ ਆ ਰੋਟੇਟਰੀ ਮੋਸ਼ਨ ਦੇ ਵਿੱਚ ਇੱਕ ਰਿਜਿਡ ਬੋਡੀ ਦੇ ਬਾਰੇ ਦੇ ਵਿੱਚ। ਆਪਾਂ ਉਹ ਰਿਜਿਡ ਬੋਡੀ ਦਾ ਐਂਗੂਲਰ ਮੋਮੈਂਟਮ ਫਾਈਂਡ ਆਊਟ ਕਰਨਾ ਹੈ। ਔਰ ਸਾਨੂੰ ਪਤਾ ਹੈਗਾ ਕਿ ਜਿਹੜੀ ਰਿਜਿਡ ਬੋਡੀ ਹੈਗੀ ਹੈ ਇਟ ਕੰਸਿਸਟ ਆਫ ਲਾਰਜ ਨੰਬਰ ਆਫ ਪਾਰਟੀਕਲਸ। ਤਾਂ ਐਂਗੂਲਰ ਮੋਮੈਂਟਮ ਆਫ ਦਾ ਹੋਲ ਬੋਡੀ ਕਿਵੇਂ ਤੁਸੀਂ ਫਾਈਂਡ ਆਊਟ ਕਰੋਗੇ, ਅਬਾਊਟ ਦਾ ਐਕਸਿਸ ਆਫ ਰੋਟੇਸ਼ਨ is defined as sum of the linear momentum, sum of product of linear momentum of each particle। ਤੁਹਾਨੂੰ ਹਰ ਪਾਰਟੀਕਲ ਦਾ ਲੀਨੀਅਰ ਮੋਮੈਂਟਮ ਕੱਢਣਾ ਪੈਣਾ ਹੈਗਾ ਔਰ ਉਹ ਸਾਰੇ ਲੀਨੀਅਰ ਮੋਮੈਂਟਮਸ ਨੂੰ ਤੁਹਾਨੂੰ ਐਡ ਕਰਨਾ ਪੈਣਾ ਹੈ ਤਾਂ ਤੁਹਾਡੇ ਕੋਲ ਕੀ ਆ ਜਾਊਗਾ, ਮੂਵਮੈਂਟ ਆਫ ਲੀਨੀਅਰ ਮੋਮੈਂਟਮ ਕਾਲਡ ਦਾ ਐਂਗੂਲਰ ਮੋਮੈਂਟਮ। ਠੀਕ ਹੈ ਬੱਚੋ, ਮੀਨਸ ਮੂਵਮੈਂਟ ਆਫ, ਜੇ ਤੁਹਾਡੇ ਕੋਲ ਐਕਸਿਸ ਹੈਗੀ ਹੈ ਐਕਸ ਡੈਸ਼ ਐਕਸਿਸ ਔਰ ਇਹ ਪਾਰਟੀਕਲ ਹੈਗਾ ਜਿਹਦਾ ਡਿਸਟੈਂਸ ਆਰ ਹੈਗਾ, ਮੰਨ ਲਓ ਇੱਕ ਪਾਰਟੀਕਲ ਦੀ ਆਪਾਂ ਗੱਲ ਕਰਦੇ ਹੈਗੇ ਆ P1 ਪਾਰਟੀਕਲ ਹੈਗਾ ਜਿਹਦਾ ਮਾਸ ਕਿੰਨਾ ਹੈਗਾ m1, ਤਾਂ ਐਕਸਿਸ ਆਫ ਰੋਟੇਸ਼ਨ ਤੋਂ ਇਹ ਇੰਨੀ ਦੂਰ ਹੈ। ਇਸ ਪਾਰਟੀਕਲ ਦੀ ਆਪਣੀ ਲੀਨੀਅਰ ਵੈਲੋਸਿਟੀ ਹੋਏਗੀ v1, ਤਾਂ ਮੂਵਮੈਂਟ ਆਫ ਮੋਮੈਂਟਮ ਵਿਲ ਬੀ, ਮੋਮੈਂਟਮ ਕੀ ਹੋ ਗਿਆ m1 v1, ठीक है बच्चों, into r1, this will represent the movement of momentum। ਤੁਸੀਂ ਹਰ ਪਾਰਟੀਕਲ ਦਾ ਮੂਵਮੈਂਟ ਆਫ ਮੋਮੈਂਟਮ ਕੱਢਣਾ ਹੈ। ਆਪਾਂ ਡਾਇਗਰਾਮ ਦੇਖਦੇ ਹੈਗੇ ਆ ਜਿਹਦੇ ਵਿੱਚ ਬੋਡੀ ਜਿਹੜੀ ਹੈਗੀ ਹੈ ਰਿਜਿਡ ਬੋਡੀ ਹੈਗੀ ਹੈ ਉਹ ਇੱਕ ਪੁਆਇੰਟ ਹੈ ਜਿਹਦੇ ਅਰਾਊਂਡ ਉਹ ਰੋਟੇਟ ਕਰਦੀ ਪਈ ਹੈ। ਤਾਂ ਆਪਾਂ ਇੱਕ ਪੁਆਇੰਟ ਲੈ ਲੈਂਦੇ ਆ m, ਸੇ P ਪੁਆਇੰਟ ਦੇ ਉੱਤੇ ਮਾਸ m1 ਪਿਆ ਹੋਇਆ ਹੈਗਾ ਤੇ ਇਹ ਮਾਸ ਇਸ ਡਾਇਰੈਕਸ਼ਨ ਦੇ ਵਿੱਚ ਰੋਟੇਟ ਕਰੇਗਾ ਤਾਂ ਉਹਦੀ ਵੈਲੋਸਿਟੀ ਆਹ ਵਾਲੇ ਡਾਇਰੈਕਸ਼ਨ ਟੇਂਜੈਂਟ ਟੂ ਦਾ ਰੇਡੀਅਸ ਹੋਏਗੀ। ਠੀਕ ਹੈ, ਤਾਂ ਦਿਸ ਇਜ਼ ਦਾ ਡਿਸਟੈਂਸ ਬਿਟਵੀਨ ਦਾ ਪੁਆਇੰਟ P ਐਂਡ ਦਾ ਐਕਸਿਸ ਆਫ ਰੋਟੇਸ਼ਨ। ਤੇ ਦੋਨਾਂ ਦੇ ਵਿੱਚ ਜਿਹੜਾ ਐਂਗਲ ਹੈਗਾ ਦਿਸ ਇਜ਼ ਯੋਰ 90 ਡਿਗਰੀ। ਤਾਂ ਜਦ ਤੁਸੀਂ ਇਸ R ਤੋਂ V ਦੀ ਤਰਫ ਜਾਓਗੇ ਤਾਂ ਐਂਗੂਲਰ ਮੋਮੈਂਟਮ ਜਿਹੜਾ ਹੈਗਾ ਤੁਹਾਡਾ ਬਾਹਰ ਦੀ ਤਰਫ ਆਊਟਵਰਡ ਡਾਇਰੈਕਸ਼ਨ ਦੀ ਤਰਫ ਪੁਆਇੰਟ ਆਊਟ ਕਰੇਗਾ। ਠੀਕ ਹੈ, ਇਹਦੇ ਨਾਲ ਅੱਜ ਆਪਾਂ ਦੂਜੀ ਪਾਰਟੀਕਲ ਦੀ ਗੱਲ ਕਰਦੇ ਹੈਗੇ ਆ। ਇਹ ਪਾਰਟੀਕਲ ਵੀ ਇਸ ਡਾਇਰੈਕਸ਼ਨ ਦੇ ਵਿੱਚ ਮੂਵ ਕਰੂਗਾ। R ਤੋਂ V ਦੇ ਵਿੱਚ ਜਦ ਤੁਸੀਂ ਆਪਣਾ ਰਾਈਟ ਹੈਂਡ ਦੀ ਫਿੰਗਰਸ ਰੋਟੇਟ ਕਰੋਗੇ ਤਾਂ ਐਂਗੂਲਰ ਮੋਮੈਂਟਮ ਜਿਹੜਾ ਹੈਗਾ ਉੱਪਰ ਵਾਲੀ ਤਰਫ ਆਊਟਵਰਡ ਡਾਇਰੈਕਸ਼ਨ ਦੀ ਤਰਫ ਪੁਆਇੰਟ ਆਊਟ ਕਰੂਗਾ। ਤਾਂ ਫਸਟ ਪਾਰਟੀਕਲ ਦਾ ਮੋਮੈਂਟਮ ਕੀ ਹੋ ਜਾਊਗਾ ਤੁਹਾਡੇ ਕੋਲ, ਫਸਟ ਪਾਰਟੀਕਲ ਦਾ ਸੇ ਮੈਂ ਇੱਥੇ ਲਿਖ ਦਿੰਨੀ ਆ, ਮੋਮੈਂਟਮ ਆਫ ਫਸਟ ਪਾਰਟੀਕਲ ਵਿਲ ਬੀ m1 into v1, ਕਿਉਂਕਿ ਹਰ ਪਾਰਟੀਕਲ ਅਲੱਗ-ਅਲੱਗ ਲੀਨੀਅਰ ਵੈਲੋਸਿਟੀ ਦੇ ਨਾਲ ਮੂਵ ਕਰੇਗਾ ਬਟ the whole body, this body will move with constant angular velocity omega. Omega is your constant angular velocity। ठीक है, ਲੀਨੀਅਰ ਵੈਲੋਸਿਟੀ ਹਰੇਕ ਪਾਰਟੀਕਲ ਦੀ ਡਿਫਰੈਂਟ ਹੋਏਗੀ ਪਰ ਸਾਰੇ ਪਾਰਟੀਕਲਸ ਦੀ ਐਂਗੂਲਰ ਵੈਲੋਸਿਟੀ ਕੀ ਹੋਏਗੀ, ਕਾਂਸਟੈਂਟ ਹੋਏਗੀ। तो let the particle of mass m be at r1 distance from the axis of rotation। ਉਹ axis of rotation ਹੈ m1 ਪਾਰਟੀਕਲ r1 distance ਦੇ ਉੱਤੇ ਹੈਗਾ ਹੈ, then moment of momentum will be m1 v1। m1 v1 ਕੀ ਹੋ ਗਿਆ ਤੁਹਾਡਾ, ਮੋਮੈਂਟਮ ਹੋ ਗਿਆ। ਤੇ ਪਰਪੈਂਡੀਕੂਲਰ ਡਿਸਟੈਂਸ ਕੀ ਹੈ ਪਾਰਟੀਕਲ ਦਾ r1। ਜਦ ਤੁਸੀਂ ਇਹਨਾਂ ਨੂੰ ਮਲਟੀਪਲਾਈ ਕਰ ਦੋਗੇ ਤਾਂ ਤੁਹਾਡੇ ਕੋਲ ਕੀ ਆ ਜਾਏਗਾ,
एंगुलर मोमेंटम ऑफ द फर्स्ट पार्टिकल L1 इज इक्वल टू M1 V1 इंटू R1 और ਇਹਦੀ डायरेक्शन ਕੀ ਹੋਏਗੀ ਆਊਟਵਰਡ ਹੋਏਗੀ ਤੁਸੀਂ R ਤੋਂ V ਦੀ ਤਰਫ ਜਾ ਰਹੇ ਹੋ ਤਾਂ ਜਿਹੜਾ ਤੁਹਾਡਾ ਥੰਬ ਹੈਗਾ ਬਾਹਰ ਦੀ ਤਰਫ ਪੁਆਇੰਟ ਆਊਟ ਕਰਦਾ ਪਿਆ ਇਸ ਕਰਕੇ ਤੁਹਾਡੀ ਉਹ डायरेक्शन ਕੀ ਹੋਏਗੀ ਆਊਟਵਰਡ ਤਾਂ ਤੁਸੀਂ ਹਰ ਇੱਕ ਪਾਰਟੀਕਲ ਦਾ ਅਗਰ ਆਪਾਂ ਸੈਕੰਡ ਪਾਰਟੀਕਲ ਦੀ ਗੱਲ ਕਰਦੇ ਹਾਂ ਉਹਦਾ ਮੋਮੈਂਟਮ M2 V2 ਹੋਏਗਾ ਤੇ ਐਕਸਿਸ ਤੋਂ ਡਿਸਟੈਂਸ ਕਿੰਨਾ ਹੈਗਾ R2 the angular momentum of the second particle will be M1 V1 into R2 ਤੇ ਤੁਸੀਂ ਸਾਰੇ ਪਾਰਟੀਕਲਸ ਜਿੰਨੇ ਵੀ ਬੋਡੀ ਦੇ ਅੰਦਰ ਹੈਗੇ ਆ ਸਾਰਿਆਂ ਦਾ ਇੰਡੀਵਿਜੂਅਲੀ ਮੂਵਮੈਂਟ ਆਫ ਮੋਮੈਂਟਮ ਕੱਢ ਲੈਣਾ ਹੈਗਾ ਤੇ ਸਾਰਿਆਂ ਨੂੰ ਜਦ ਤੁਸੀਂ ਐਡ ਕਰ ਦੋਗੇ ਤਾਂ ਤੁਹਾਡੇ ਕੋਲ ਹੋਲ ਬੋਡੀ ਦਾ ਐਂਗੂਲਰ ਮੋਮੈਂਟਮ ਆ ਜਾਏਗਾ ਹੁਣ ਸਾਨੂੰ ਪਤਾ ਹੈ ਜਿਹੜੀ ਪਾਰਟੀਕਲਸ ਹੈਗੇ ਆ ਹਰ ਇੱਕ ਲੀਨੀਅਰ ਡਿਫਰੈਂਟ ਲੀਨੀਅਰ ਵੈਲੋਸਿਟੀ ਨਾਲ ਮੂਵ ਕਰਦੇ ਆ ਔਰ ਸਾਨੂੰ ਲੀਨੀਅਰ ਵੈਲੋਸਿਟੀ ਤੇ ਐਂਗੂਲਰ ਵੈਲੋਸਿਟੀ ਦੇ ਵਿੱਚ ਰਿਲੇਸ਼ਨ ਵੀ ਪਤਾ ਹੈ v r ਓਮੇਗਾ ਸਾਰੀ ਬੋਡੀ ਵਾਸਤੇ ਓਮੇਗਾ ਕੀ ਹੈਗਾ ਕਾਂਸਟੈਂਟ ਹੈਗਾ ਯਾਨੀ ਕਿ ਸੇਮ ਹੈਗਾ ठीक है ओदा v और रेडियस फ्रॉम x सॉरी रेडियस मींस r मींस डिस्टेंस फ्रॉम एक्सिस ऑफ रोटेशन की है ओदा डिफरेंट हैगा हर एक पार्टिकल वास्ते तो सो फॉर द फर्स्ट पार्टिकल v1 will be equal relation becomes v1 is equal to r1 omega second particle वास्ते v2 is equal to r2 omega ਇਹਦੇ ਵਿੱਚ ਹਰ ਪਾਰਟੀਕਲ ਦੀ ਲੀਨੀਅਰ ਵੈਲੋਸਿਟੀ ਔਰ ਡਿਸਟੈਂਸ ਫਰੋਮ ਦ ਐਕਸਿਸ ਆਫ ਰੋਟੇਸ਼ਨ ਕੀ ਹੈਗਾ ਡਿਫਰੈਂਟ ਹੈਗਾ ਜਦ ਤੁਸੀਂ ਵੈਲਿਊ ਸਬਸਟੀਟਿਊਟ ਕਰੋਗੇ v1 v2 v3 ਦੀ ਇਸ ਇਕੁਏਸ਼ਨ ਦੇ ਵਿੱਚ ਤਾਂ ਤੁਹਾਡੇ ਕੋਲ ਆ ਜਾਊਗਾ m1 r1 omega into r1 m2 r2 omega into r2 so on ਤੇ ਇਹਦੇ ਚ ਦੇਖੋ r1 ਦੋ ਵਾਰ ਆ ਰਿਹਾ ਤਾਂ ਤੁਸੀਂ ਉਹਨੂੰ ਕੀ ਲੈ ਲਿਆ r1 ਸਕੁਅਰ ਹਰੇਕ ਪਾਰਟੀਕਲ ਦਾ ਤੁਸੀਂ ਇਸ ਤਰ੍ਹਾਂ ਸਕੁਅਰ ਕਰ ਲੈਣਾ ਹੈ ਤਾਂ ਉਸ ਤੋਂ ਬਾਅਦ ਓਮੇਗਾ ਦੇਖੋ ਸਾਰਿਆਂ ਦੇ ਵਿੱਚ ਕਾਮਨ ਹੈਗਾ ਓਮੇਗਾ ਤੁਸੀਂ ਬਾਹਰ ਕੱਢ ਲੋਗੇ ਤਾਂ ਅੰਦਰ ਤੁਹਾਡੇ ਕੋਲ ਬਚ ਜਾਏਗਾ m1 r1 ਸਕੁਅਰ plus m2 r2 ਸਕੁਅਰ plus mn rn ਸਕੁਅਰ ਐਂਡ ਔਰ ਇਹ ਕੀ ਚੀਜ਼ ਹੈ ਤੁਹਾਡੀ ਇਹ ਆਪਾਂ ਪਿਛਲੇ ਲੈਕਚਰ ਚ ਪੜਿਆ ਹੈਗਾ ਦਿਸ ਇਜ਼ ਕਾਲਡ ਮੂਵਮੈਂਟ ਆਫ ਇਨਰਸ਼ੀਆ I m I ਮੂਵਮੈਂਟ ਆਫ ਇਨਰਸ਼ੀਆ तो ਸਾਡੇ ਕੋਲ ਰਿਲੇਸ਼ਨ ਬਣ ਗਿਆ L is equal to I ओमेगा मीन्स अगर ਤੁਹਾਡੇ ਕੋਲ ਮੂਵਮੈਂਟ ਆਫ ਇਨਰਸ਼ੀਆ ਬੋਡੀ ਦਾ ਗਿਵਨ ਹੈ ਉਹਦੀ ਐਂਗੂਲਰ ਵੈਲੋਸਿਟੀ ਗਿਵਨ ਹੈ ਤਾਂ ਤੁਸੀਂ ਉਹਦਾ ਐਂਗੂਲਰ ਮੋਮੈਂਟਮ ਕੱਢ ਸਕਦੇ ਹੋ ਯੂਜ਼ਿੰਗ ਦਿਸ ਰਿਲੇਸ਼ਨ L is equal to I ओमेगा ਵੈਕਟਰ ਫਾਰਮ ਦੇ ਵਿੱਚ ਅਗਰ ਆਪਾਂ ਲਿਖਦੇ ਹੈਗੇ it will become L vector is equal to I omega vector because I is a scalar quantity moment of inertia ਕੀ ਹੈਗੀ ਹੈ स्केलर quantity है ओमेगा जेड़ा हैगा वो एक वेक्टर quantity है so L is also a vector quantity हुन direction of L केड़ा होएगा direction of L will be same as that of the angular velocity omega ठीक है बच्चों सो सानू हुन पता लगता है कि जो रोल एंगुलर मोमेंटम प्ले करता है रोटेशनल मोशन दे विच same role is played by linear momentum in linear motion linear momentum p ਦੀ ਜਗ੍ਹਾ ਆਪਾਂ ਹੁਣ ਰੋਟੇਟਰੀ ਮੋਸ਼ਨ ਦੇ ਵਿੱਚ ਐਂਗੂਲਰ ਮੋਮੈਂਟਮ L ਯੂਜ਼ ਕਰਦੇ ਹੈਗੇ ਆ ਹੁਣ ਸਾਨੂੰ ਰਿਲੇਸ਼ਨ ਵੀ ਪਤਾ ਹੋਣਾ ਚਾਹੀਦਾ ਹੈ ਟਾਰਕ ਤੇ ਐਂਗੂਲਰ ਮੋਮੈਂਟਮ ਦੇ ਵਿੱਚ ਕੀ ਰਿਲੇਸ਼ਨ ਹੈਗਾ ਕਿਉਂਕਿ ਆਪਾਂ ਨੂੰ ਪਤਾ ਹੈ ਲੀਨੀਅਰ ਮੋਸ਼ਨ ਦੇ ਵਿੱਚ ਅਗਰ ਆਪਾਂ फोर्स अप्लाई करते हैं तो ਉਹਦੇ ਨਾਲ ਕੀ ਹੁੰਦਾ ਹੈ ਬੋਡੀ ਦਾ ਮੋਮੈਂਟਮ ਚੇਂਜ ਹੁੰਦਾ ਹੈ ਉਸੇ ਤਰ੍ਹਾਂ ਅਗਰ ਆਪਾਂ ਟਾਰਕ ਅਪਲਾਈ ਕਰਾਂਗੇ ਰੋਟੇਟਰੀ ਮੋਸ਼ਨ ਦੇ ਵਿੱਚ ਤੇ ਬੋਡੀ ਦਾ ਐਂਗੂਲਰ ਮੋਮੈਂਟਮ ਚੇਂਜ ਹੋਏਗਾ ਇਹਦੇ ਵਿੱਚ ਆਪਾਂ ਰਿਲੇਸ਼ਨ ਦੇਖ ਲੈਂਦੇ ਆ ਕਿਸ ਤਰ੍ਹਾਂ ਬਣਦਾ ਹੈ ਹੁਣ ਆਪਾਂ ਪੜਿਆ ਹੁਣੀ ਇਸੇ ਲੈਕਚਰ ਚ ਆਪਾਂ ਪੜਿਆ ਹੈਗਾ L is equal to I omega ਹੁਣ ਜੇ ਆਪਾਂ ਦੋਨੋਂ ਸਾਈਡਸ ਨੂੰ ਡਿਫਰੈਂਸ਼ੀਏਟ ਕਰੀਏ ਟਾਈਮ ਦੇ ਨਾਲ ਤੇ ਸਾਡੇ ਕੋਲ ਕੀ ਬਣ ਜਾਏਗਾ dL/dt is equal to I d omega by dt ठीक है बच्चों I एक कांस्टेंट हैगा क्योंकि एक्सिस तो बॉडी ਦਾ ਜਿਹੜਾ मास तो बॉडी का कांस्टेंट ही रहना है डिस्टेंस फ्रॉम द एक्सिस ऑफ रोटेशन वो भी थोड़ा फिक्स रहूगा फॉर द पर्टिकुलर पार्टिकल की चीज चेंज होएगी टाइम दे नाल एंगुलर वेलोसिटी और d ओमेगा बाय dt ਆਪਾਂ ਕਿਹਨੂੰ ਕਹਿੰਦੇ ਹੈਗੇ ਆ change in angular velocity per unit time is known as angular acceleration alpha तो d omega t ਦੀ ਜਗ੍ਹਾ ਤੁਸੀਂ यूज कर दोगे alpha तो ਸਾਡੇ ਕੋਲ रिलेशन बन गया
dl/dt इज इक्वल टू I अल्फा। और सानू पता हैगा पिछले लैक्चर च आपां पढ़िया हैगा कि जिहड़ा I अल्फा हैगा वो किस चीज दे बराबर हैगा है, टॉर्क। टॉर्क की दे बराबर है I इंटू अल्फा। ठीक है, तो साडे कोल की आ गया dl/dt इज इक्वल टू टॉ। मीनस टॉर्क जब अप्लाई हुंदी है किसी बॉडी दे ऊपर ते ओदा एंगुलर मोमेंटम की हुंदा है, वो चेंज होंदा है। दिस इज द रिलेशन बिटवीन टॉर्क एंड एंगुलर मोमेंटम। जिस तरह फोर्स बॉडी दा लीनियर मोमेंटम चेंज करदी है लीनियर मोशन दे विच, उसी तरह जिहड़ा टॉर्क हैगी है बॉडी दा एंगुलर मोमेंटम चेंज करदी है रोटेटरी मोशन दे विच। तो आपां टॉर्क नू फिर भी डिफाइन कर सकते हैं इक्वल टू रेट ऑफ चेंज ऑफ एंगुलर मोमेंटम ऑफ द बॉडी। ठीक है बच्चों, हुण तुहानू क्लीयर हो गया होना कि एंगुलर मोमेंटम की हुंदा हैगा ते वो टॉर्क दे नाल किस तरह रिलेट ਹੁੰਦਾ ਹੈ। ਆਪਾਂ ਹੁਣ ਇੱਕ ਦੋ ਨੂਮੈਰੀਕਲਸ ਕਰ ਲੈਂਦੇ ਆ। ਤਾਂ ਸਾਡਾ ਪਹਿਲਾ ਨੂਮੈਰੀਕਲ ਹੈਗਾ ਕਿ ਅ ਫਲਾਈ ਵੀਲ ਆਫ ਗ੍ਰਾਈਂਡਿੰਗ ਸਟੋਨ ਹੈਜ਼ ਅਪਲਾਈਡ ਇਟਸ ਐਕਸਿਸ 2 centimeter in radius a constant tangential force of 600 न्यूटन। किसी फ्लाई व्हील दे ऊपर जिहदा रेडियस 2 centimeter ਆਪਾਂ 600 tangential force अप्लाई ਕੀਤੀ है, वो कहता find the angular momentum and torque on it after 8 सेकंड। ਹੁਣ ਸਾਡੇ ਕੋਲ ਰੇਡੀਅਸ ਦਿੱਤਾ ਹੋਇਆ ਹੈਗਾ ਸੈਂਟੀਮੀਟਰ ਚ, ਆਪਾਂ ਉਹਨੂੰ ਕਿਹਦੇ ਵਿੱਚ ਕਨਵਰਟ ਕਰਾਂਗੇ, मीटर दे विच 100 नाल डिवाइड करके। फोर्स तुहानू गिवन है, टाइम तुहानू गिवन है, यूजिंग टॉर्क दिस रिलेशन टॉ इज इक्वल टू फोर्स इंटू रेडियस, तुहाडे कोल टॉर्क आ गई 12 न्यूटन। हुण सानू पता हैगा रेट ऑफ चेंज ऑफ एंगुलर मोमेंटम इज नोन एज टॉर्क। मीन्स फाइनल मोमेंटम माइनस इनिशियल एंगुलर मोमेंटम ओवर टाइम इज इक्वल टू टॉ। तो जब टाइम इधर चले जाऊगा तो तुहाडे कोल की आ जाऊगा, चेंज। हुण इनिशियल मोमेंटम की है ओदा 0 हैगा है, फाइनल मोमेंटम विल बी इक्वल टू दिस टॉर्क मल्टीप्लाइड बाय टाइम, तो 96 सेंटीमीटर तुहाडा आ गया। इस तरह तुसी ये न्यूमेरिकल कढ सकदे हो। अगला जिहड़ा हैगा जिहदे विच तुहानू एंगुलर मोमेंटम फाइंड आउट करना हैगा अर्थ दा, अगर ओदा मास ते रेडियस तुहानू गिवन हैगा तो इहदे विच तुहानू पता हैगा अर्थ एक सॉलिड सफेयर हैगा, तो ओदा मोमेंट ऑफ इनर्शिया कितना हो जाएगा, I इज इक्वल टू 2/5 mr स्क्वायर। तो उतो नाल तुहाडे कोल एंगुलर वेलोसिटी निकल आएगी। एंगुलर वेलोसिटी ओमेगा की हुंदी है 2π/t। 2π/t फिर L की आ जाऊगा I इंटू ओमेगा। सबस्टिट्यूट करो ये वैल्यूज नू, तो तुहाडे कोल L दी वैल्यू जड़ी आ जाएगी ये वैल्यू। मीनस डायरेक्ट तुहानू फार्मूला पता होना चाहिए तो की चीज़ तुहानू गिवन है वो तुसी सबस्टिट्यूट कर दोगे तो तुहाडे कोल आंसर आ जाएगा। हुण तुहाडा हैगा 40 kg दा एक फ्लाई व्हील हैगा इन द फॉर्म ऑफ सर्कुलर डिस्क, जिसका रेडियस कितना गिवन हैगा 100 सेंटीमीटर, ते वो कितनी रोटेशन पर मिनट करदा पिया है, 120 रेवोल्यूशन पर मिनट। एक मिनट दे विच वो 120 चक्कर लगा लैंदा है। तो मीनस ये तुहानू फ्रीक्वेंसी गिवन हैगी है कि बॉडी दी कितनी फ्रीक्वेंसी हैगी है। यू हैव टू कैलकुलेट द एंगुलर मोमेंटम ऑफ द व्हील। डिस्क हैगा ओदा एंगुलर मोमेंटम सॉरी मोमेंट ऑफ इनर्शिया तुहानू गिवन है 1/2 mr स्क्वायर। तुसी ओनू ओदी वैल्यू सबस्टिट्यूट करनी हैगी है। मीनस तुहानू स्टैंडर्ड जिवें रेडियस सेंटीमीटर च गिवन है तो तुहानू ओनू मीटर च कन्वर्ट करना हैगा। SI यूनिट दे विच तुहानू हरेक रीडिंग्स नू रखना हैगा। तो इत्थों मोमेंट ऑफ इनर्शिया तुहाडा निकल आएगा। हुण फ्रीक्वेंसी कितनी है 120 रेवोल्यूशन पर मिनट। एक मिनट दे विच वो 120 चक्कर लगांदा है, तो एक सैकेंड च कितना लगाएगा, तुसी 60 नाल ओनू डिवाइड कर दोगे तो तुहाडे कोल आ जाएगा 2 रेवोल्यूशन पर सेकेंड। इसी तरह तुहाडे कोल ओमेगा निकल आएगा 2π न्यू। न्यू इज द फ्रीक्वेंसी। वैल्यू सबस्टिट्यूट करो तो L दी वैल्यू तुहाडे कोल आ जाएगी। होपफुली तुहानू ये सारा लैक्चर क्लीयर हो गया होएगा कि एंगुलर मोमेंटम की हैगा। तो मेन इहदा फिजिकल सिग्निफिकेंस की हैगा कि जो रोल लीनियर मोमेंटम प्ले करता हैगा लीनियर मोशन दे विच, सेम ही एंगुलर मोमेंटम प्ले करता हैगा रोटेटरी मोशन दे विच। थैंक यू।